ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਭ ਤੋਂ ਵੱਡੀ ਖਬਰ ਲੈ ਕੇ। ਸਿੰਧਾਲੇ ਦਾ ਬੀਤੀ ਸ਼ਾਮ ਜਿਹੜਾ ਕਤਲ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਸਿਆਸਤ ਪੂਰੇ ਤਰੀਕੇ ਦੇ ਨਾਲ ਗਰਮਾਈ ਹੋਈ ਹੈ। ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਸਿੱਧੂ ਮੂਸੇਵਾਲੇ ਦੀ ਕਤਲ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦੀ ਸਿਕਿਉਰਿਟੀ ਥ੍ਰੈਟ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ। ਕਿਉਂ ਅਜਿਹਾ ਕੀਤਾ ਗਿਆ? ਕੀ ਇਹ ਸਿਆਸਤ ਦੀ ਖੇਡ ਸੀ? ਸਿਆਸਤ ਕੀਤੀ ਗਈ ਹੈ, ਸਿਆਸਤ ਪੋਲਿਟਿਕਸ ਵੈਂਡੇਟਾ ਜਿਹੜਾ ਸੀਗਾ, ਇਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਉਹ ਇਸ ਤੇ ਵੀ ਕਰਾਂਗੇ ਕਿ ਹੁਣ ਰਾਸ਼ਟਰਪਤੀ ਰਾਜ ਪੰਜਾਬ ਦੇ ਵਿੱਚ ਲਗਾਉਣ ਦੀ ਮੰਗ ਉੱਠੀ ਹੈ। ਭਗਵੰਤ ਮਾਨ ਦਾ ਅਸਤੀਫਾ ਲੈਣ ਦੀ ਜਿਹੜੀ ਆ ਉਹ ਮੰਗ ਉੱਠੀ ਹੈ। ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਬੀਤੀ ਸ਼ਾਮ ਜਿਹੜੀ ਅਣਖੀ ਸਾਹਿਬ ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ। ਅਸੀਂ ਵੀ ਥੋੜੀ ਦੇਰ ਬਾਅਦ ਮਾਨਸਾ ਪਹੁੰਚਣ ਜਾ ਰਹੇ ਹਾਂ। ਉੱਥੇ ਪਹੁੰਚ ਕੇ ਜਿਹੜੀ ਆ ਪਲ ਪਲ ਦੀ ਅਪਡੇਟ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਾਂਗੇ। ਫਿਲਹਾਲ ਲਈ ਅਪਡੇਟ ਜਿਹੜੀ ਹੋਈ ਹੈ ਕਿ ਸਿੱਧੂ ਮੂਸੇਵਾਲੇ ਦਾ ਥੋੜੀ ਦੇਰ ਬਾਅਦ ਜਿਹੜਾ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਸੰਸਕਾਰ ਜਿਹੜਾ ਕਿੰਨੇ ਵਜੇ ਹੋਏਗਾ, ਉਸ ਤੇ ਜਿਹੜੀ ਆ ਗੱਲਬਾਤ ਕੀਤੀ ਜਾਊਗੀ। ਤਾਂ ਮੇਨ ਗੱਲ ਅਣਖੀ ਸਾਹਿਬ, ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਇਹੀ ਕਰਾਂ ਕਿ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਥ੍ਰੈਟ ਜਿਹੜੇ ਆ ਉਹ ਬਹੁਤ ਜ਼ਿਆਦਾ ਸੀਗੇ। ਕੱਲ ਡੀਜੀਪੀ ਦੀ ਗੱਲ ਮੰਨੀਏ ਤਾਂ ਡੀਜੀਪੀ ਨੇ ਜਿਵੇਂ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਡੀਜੀਪੀ ਦੇ ਸਮੇਤ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨਿਸ਼ਾਨੇ ਤੇ ਆ ਗਏ। ਸਿਕਿਉਰਿਟੀ ਥ੍ਰੈਟ ਦੀ ਸਿਕਿਉਰਿਟੀ ਵਾਪਸ ਲਈ ਗਈ। ਡੀਜੀਪੀ ਕਹਿੰਦੇ ਘੱਲੂ ਘਾਰੇ ਕਰਕੇ ਵਾਪਸ ਲਈ ਗਈ ਹੈ। ਤਾਂ ਉਧਰ ਸਵਾਲ ਇਹ ਉੱਠ ਰਹੇ ਨੇ ਕਿ ਕੇਜਰੀਵਾਲ ਕੋਲ 90 ਗਨਮੈਨ ਨੇ, ਉਹਨਾਂ ਤੋਂ ਤੁਸੀਂ ਕਿੰਨੇ ਗਨਮੈਨ ਘੱਲੂ ਘਾਰੇ ਕਰਕੇ ਵਾਪਸ ਲਏ ਆ? ਰਾਘਵ ਚੱਡੇ ਤੋਂ ਤੁਸੀਂ ਕਿੰਨੇ ਲਏ ਆ? ਭਗਵੰਤ ਸਿੰਘ ਦੀ ਮਾਤਾ ਜੀ ਤੋਂ ਕਿੰਨੇ ਵਾਪਸ ਲਏ ਆ? ਭਗਵੰਤ ਮਾਨ ਦੀ ਸਿਸਟਰ ਤੋਂ ਕਿੰਨੇ ਵਾਪਸ ਲਏ ਆ? ਔਰ ਵੱਡੀ ਗੱਲ ਇਹ ਹੈ ਅਣਖੀ ਸਾਹਿਬ ਕਿ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਕਿ ਸਿਕਿਉਰਿਟੀ ਨੂੰ ਖਤਰਾ ਉਸ ਬੰਦੇ ਨੂੰ ਹੈ, ਗਨਮੈਨਾਂ ਦੀ ਸਿਕਿਉਰਿਟੀ ਦੀ ਜ਼ਰੂਰਤ ਉਸ ਬੰਦੇ ਨੂੰ ਆ ਜਿਹਨੇ ਗਲਤ ਕੰਮ ਕੀਤੇ ਆ, ਜਿਹਨੂੰ ਡਰ ਹੈ। ਕੇਜਰੀਵਾਲ, ਰਾਘਵ ਚੱਡਾ, ਮਾਤਾ ਜੀ ਤੇ ਭੈਣ ਜੀ ਨੇ ਕਿਹੜੇ ਗਲਤ ਕੰਮ ਕਰਕੇ ਜਿਹਦੇ ਕਰਕੇ ਇੰਨਾ ਡਰ ਪੈਦਾ ਹੋ ਗਿਆ? ਕਿਵੇਂ ਦੇਖਦੇ ਹੋ? ਸਵਾਲ ਅਣਖੀ ਸਾਹਿਬ ਖੜੇ ਹੋ ਰਹੇ। ਦੇਖੋ ਸੁਖਵਿੰਦਰ ਜੀ, ਜਦੋਂ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਇਹ ਤੀਜਾ ਦੌਰ ਸੀ ਉਹਨਾਂ ਵੱਲੋਂ ਜਦੋਂ ਉਹਨਾਂ ਨੇ ਸਿਕਿਉਰਿਟੀ ਜਿਹੜੀ ਘਟਾਈ, ਲੋਕਾਂ ਦੀ ਸੁਰੱਖਿਆ ਘੱਟ ਕੀਤੀ। ਔਰ ਇਹਨਾਂ ਦੇ ਵਿੱਚ ਉਹਨਾਂ ਨੇ ਧਾਰਮਿਕ ਆਗੂ, ਸਿੰਗਰ, ਹੋਰ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਸਨ ਸਾਰੀਆਂ, ਉਹਨਾਂ ਦੀ ਸਿਕਿਉਰਿਟੀ ਉਹਨਾਂ ਨੇ ਘੱਟ ਕੀਤੀ। ਔਰ ਉਹ ਵੱਡੀ ਗੱਲ, ਸਿਕਿਉਰਿਟੀ ਘੱਟ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਅਖਬਾਰਾਂ ਦੇ ਵਿੱਚ ਪ੍ਰਚਾਰ ਹੋਇਆ, ਸਭ ਤੋਂ ਤਰਾਸਦਕ ਪੱਖ ਇਹ ਆ। ਔਰ ਇਹਦੇ ਨਾਲ ਹੀ ਨਾਲ ਸੁਖਵਿੰਦਰ ਜੀ ਇੱਕ ਗੱਲ ਮੈਂ ਹੋਰ ਕਹਿਣਾ ਕਿ ਜਿੰਨੇ, ਮਾਫ ਕਰਦਾ ਇਹ ਗੱਲ ਕਹਿਣੀ ਬਣਦੀ ਨਹੀਂ ਕਿ ਇਹੋ ਜਿਹੇ ਲੀਡਰਾਂ ਦੀਆਂ ਜਿਹੜੀਆਂ ਸਿਕਿਉਰਿਟੀ ਉਹ ਤਾਂ ਵਾਪਸ ਲੈ ਲਈਆਂ, ਪਰ ਅਜੇ ਕਈ ਹਿੰਦੂ ਸ਼ਿਵ ਸੈਨਾ ਦੇ ਆਗੂ ਨੇ ਜਿਹੜੇ ਸਥਾਨਕ ਪੱਧਰ ਤੇ, ਉਹਨਾਂ ਦੀਆਂ ਸਿਕਿਉਰਿਟੀਆਂ ਅਜੇ ਉਸੇ ਤਰੀਕੇ ਨਾਲ ਬਰਕਰਾਰ ਨੇ। ਇਹ ਪਤਾ ਨਹੀਂ ਸਰਕਾਰ ਦਾ ਕੀ ਫੰਡਾ ਹੈ ਜਾਂ ਸਰਕਾਰ ਨੇ ਕਿਸ ਤਰੀਕੇ ਨਾਲ ਗੱਲ ਕੀਤੀ ਹੈ। ਜਦੋਂ ਕਿ ਆਮ ਤੌਰ ਤੇ ਫਸਾਦਾਂ ਦੀ ਜੜ ਜਿਹੜੇ ਨੇ ਉਹ ਸ਼ਿਵ ਸੈਨਾ ਦੇ ਆਗੂ ਜਿਹੜੇ ਬਿਆਨ ਜਿਹੜੇ ਹੁੰਦੇ ਨੇ, ਵਰਗਿਆਂ ਦੇ ਬਿਆਨ ਉਹ ਬਣਦੇ ਨੇ। ਉਹਨਾਂ ਦੀਆਂ ਸਿਕਿਉਰਿਟੀ ਲੈਬਸ ਅਜੇ ਤੱਕ ਕੋਈ ਮਾਫ ਕਰਦਾ, ਉਹਨਾਂ ਦੀ ਸੁਰੱਖਿਆ ਅਜੇ ਤੱਕ ਨਹੀਂ ਘਟਾਈ ਗਈ। ਜਦੋਂ ਕਿ ਸਰਕਾਰ ਵੱਲੋਂ ਕੱਲ ਵੀ, ਪਰਸੋਂ ਵੀ, ਉਸ ਤੋਂ ਪਹਿਲਾਂ ਵੀ ਸਿਕਿਉਰਿਟੀਆਂ ਜਿਹੜੀਆਂ ਘਟਾਈਆਂ ਗਈਆਂ। ਔਰ ਦੂਜਾ, ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਚੋਂ 2 ਗਨਮੈਨ ਜਿਹੜੇ ਵਾਪਸ ਜਾਂਦੇ ਆ ਔਰ ਅਗਲੇ ਹੀ ਦਿਨ ਉਹਦੇ ਉੱਤੇ ਅਟੈਕ ਹੋ ਜਾਂਦਾ ਔਰ ਉਹ ਮਾਂ ਦਾ ਪੁੱਤ ਜਿਹੜਾ 29 ਸਾਲਾਂ ਦਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ। ਹੁਣ ਸਭ ਤੋਂ ਪਹਿਲਾਂ ਤਾਂ ਇਸ ਦੀ ਜ਼ਿੰਮੇਵਾਰੀ ਜਿਹੜੀ ਨਿਰਧਾਰਤ ਆ ਉਹ ਕਿਸ ਦੀ ਬਣਦੀ? ਜ਼ਿੰਮੇਵਾਰੀ ਸਮੁੱਚੇ ਤੌਰ ਤੇ ਪੰਜਾਬ ਸਰਕਾਰ ਦੀ ਬਣਦੀ ਹੈ। ਉਸ ਮੋਢੀ ਦੀ ਬਣਦੀ ਹੈ ਕਿ ਜਿਹੜਾ ਸਰਕਾਰ ਦਾ ਐਜ ਏ ਕਸਟੋਡੀਅਨ ਕੰਮ ਕਰ ਰਿਹਾ, ਔਰ ਕਸਟੋਡੀਅਨ ਜੋ ਹੈ ਉਹ ਭਗਵੰਤ ਸਿੰਘ ਮਾਨ ਹੈ। ਅੱਜ ਤੋਂ 10 ਦਿਨ ਪਹਿਲਾਂ ਭਗਵੰਤ ਮਾਨ ਦਾ ਇੱਕ ਮੈਨੂੰ ਵੀਡੀਓ ਯਾਦ ਆ ਰਿਹਾ ਸੀ, ਜਦੋਂ ਕਹਿ ਰਿਹਾ ਸੀ ਕਿ ਲੋਕੀ ਕਹਿੰਦੇ ਸਿਕਿਉਰਿਟੀ ਮੰਗੋ। ਮੈਂ ਕਹਿੰਦਾ ਸਿਕਿਉਰਿਟੀ ਤੁਸੀਂ ਕੰਮ ਹੀ ਨਾ ਇਹੋ ਜਿਹੇ ਕਰੋ ਜਿਸ ਕਰਕੇ ਤੁਹਾਨੂੰ ਸਿਕਿਉਰਿਟੀ ਦੀ ਲੋੜ ਆ। ਤਾਂ ਉਹ ਸਥਿਤੀਆਂ ਤੁਸੀਂ ਬਿਆਨ ਕਰਤੀਆਂ, ਚਾਹੇ ਉਹਨਾਂ ਦੇ ਅਰਵਿੰਦ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣੀ ਹੋਣ, ਚਾਹੇ ਉਹਨਾਂ ਦੀ ਮਾਤਾ ਜੀ ਹੋਣ, ਚਾਹੇ ਉਹਨਾਂ ਦੀ ਭੈਣ ਜੀ ਹੋਣ, ਜਾਂ ਕੋਈ ਹੋਰ ਹੋਵੇ। ਖੈਰ, ਇਹ ਅਲੱਗ ਵਿਸ਼ਾ ਹੈ। ਹੁਣ ਵਿਸ਼ਾ ਜਿਹੜਾ ਹੈ, ਵਿਸ਼ਾ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਕੁਝ ਚੱਲਦਾ ਪਿਆ, ਔਰ ਡੀਜੀਪੀ ਸਾਹਿਬ ਇਹ ਕਹਿ ਰਹੇ ਕਿ ਘੱਲੂ ਘਾਰੇ ਕਰਕੇ ਜਿਹੜੀ ਸਿਕਿਉਰਿਟੀ ਆ ਵਾਪਸ ਲੈ ਲਈ ਆ। ਜੇ ਘੱਲੂ ਘਾਰੇ ਕਰਕੇ ਸਿਕਿਉਰਿਟੀ 6 ਜੂਨ ਕਰਕੇ ਵਾਪਸ ਲਈ ਆ, ਤਾਂ ਫਿਰ ਜਿਹੜੀਆਂ 10 ਕੰਪਨੀਆਂ ਜਿਹੜੀਆਂ ਅਰਧਨਿੰਗ ਫੌਜੀ ਦਸਤੀਆਂ ਦੀਆਂ ਮੰਗਾਈਆਂ ਗਈਆਂ, ਫਿਰ ਉਹਨਾਂ ਦੀ ਕੀ ਲੋੜ ਸੀ? ਕੀ ਪੰਜਾਬ ਦੇ ਵਿੱਚ ਇੰਨੇ ਹਾਲਾਤ ਮਾੜੇ ਹੋ ਗਏ ਨੇ ਕਿ ਗਨਮੈਨ ਜਿਹੜੇ ਵਾਪਸ ਲਏ ਜਾ ਰਹੇ ਨੇ ਔਰ
ਉਹਨਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਜਿਨ੍ਹਾਂ ਨੂੰ ਬੀਤੇ ਲੰਮੇ ਸਮੇਂ ਤੋਂ ਸਿਕਿਉਰਿਟੀ ਥ੍ਰੈਟ ਹੈ, ਚਾਹੇ ਉਹ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਹੋਣ, ਚਾਹੇ ਉਹ ਕੋਈ ਵੀ ਵਿਅਕਤੀ ਹੋਵੇ। ਡੇਰਾ ਸੰਤਾਂ ਰਾਧਾ ਸੁਆਮੀ ਵਾਲੇ ਮੁਖੀ ਹੋਣ, ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ। ਦੂਜੇ ਪਾਸੇ ਬੱਲਾਂ ਵਾਲੇ ਸੰਤ ਨੇ ਜਲੰਧਰ ਤੋਂ, ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ। ਹਾਲਾਂਕਿ ਉਹ ਸਿਕਿਉਰਿਟੀ ਥ੍ਰੈਟ ਦੇ ਵਿੱਚ ਉਹਨਾਂ ਦੇ ਇੱਕ ਆਗੂ ਡੇਰਾ ਸੰਤਾਂ ਬੱਲਾਂ ਵਾਲਿਆਂ ਦਾ ਇੱਕ ਨੇਤਾ ਪਹਿਲਾਂ ਮਾਰੇ ਜਾ ਚੁੱਕੇ ਆ। ਰਿਵਿਊ ਕਰਨ ਵਾਲੇ ਜਾਂ ਭਗਵੰਤ ਮਾਨ ਇਹੋ ਜਿਹੀ ਸਥਿਤੀ ਪੇਸ਼ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਸਾਡਾ ਰਾਜ ਆਇਆ, ਅਸੀਂ ਬਿਲਕੁਲ ਪੂਰਨ ਤੌਰ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਲੈ ਕੇ ਸਿਕਿਉਰਿਟੀ ਨੂੰ ਵਾਪਸ ਲੈਣੀਆਂ। ਇਸ ਲਈ ਸੁਖ ਚੈਨ ਦੀ ਜਿਹੜੀ ਬੰਸਰੀ ਵੱਜਦੀ ਪਈ ਹੈ। ਇੱਥੋਂ ਤੱਕ ਕਹਿ ਰਿਹਾ ਕਿ ਜਿਹੜਾ ਕੁਝ ਹੋਇਆ ਸਿਕਿਉਰਿਟੀ ਵਾਪਸ ਕੀਤੀ ਗਈ ਸਰਕਾਰ ਦੇ ਵੱਲੋਂ, ਤੇ ਉਸ ਤੋਂ ਬਾਅਦ ਜਿਹੜਾ ਕਤਲ ਹੋ ਗਿਆ, ਕਹਿੰਦੇ ਕਿ ਭਗਵੰਤ ਮਾਨ ਤੇ 302 ਦਾ ਜਿਹੜਾ ਪਰਚਾ ਦਰਜ ਕਰਨਾ ਚਾਹੀਦਾ। ਮੈਂ ਕੁਝ ਵੀਡੀਓਜ਼ ਦੇਖ ਰਹੇ ਸੀ ਸਿੱਧੂ ਮੂਸੇਵਾਲੇ ਤੇ ਸਿੱਧੂ ਮੂਸੇਵਾਲੇ ਦੇ ਸਮਰਥਕ ਤੇ ਉਹਨਾਂ ਦੇ ਪਿੰਡ ਦੇ ਲੋਕ ਜਿਹੜੇ ਆ ਉਹ ਇੰਨੇ ਗੁੱਸੇ ਦੇ ਵਿੱਚ ਨੇ, ਇੱਥੋਂ ਤੱਕ ਕਹਿ ਰਹੇ ਨੇ। ਹਾਲਾਂਕਿ ਚਲੋ ਇਸ ਤਰੀਕੇ ਨਾਲ ਹੋ ਤਾਂ ਨਹੀਂ ਸਕਦਾ, ਚਲੋ ਫਿਰ ਵੀ ਲੋਕਾਂ ਦਾ ਮੈਂ ਗੁੱਸੇ ਦੀ ਗੱਲ ਕਰ ਰਿਹਾ, ਲੋਕ ਇੰਨੇ ਗੁੱਸੇ ਦੇ ਨੇ, ਕਹਿ ਰਹੇ ਨੇ ਕਿ ਭਗਵੰਤ ਮਾਨ ਦੇ ਉੱਪਰ ਜਿਹੜਾ ਪਰਚਾ ਦਰਜ ਕਰ ਦੇਣਾ ਚਾਹੀਦਾ। ਦੇਖੋ ਜ਼ਰੂਰ ਕੁਦਰਤੀ ਤੌਰ ਤੇ ਜੇਕਰ ਕਸਟੋਡੀਅਨ ਭਗਵੰਤ ਮਾਨ ਨੇ ਤਾਂ ਲੋਕਾਂ ਦਾ ਗੁੱਸਾ ਤਾਂ ਫਿਰ ਨਿਕਲ ਹੀ ਨਾ। ਹੁਣ ਇਸ ਮੁੱਦੇ ਤੇ ਕਾਂਗਰਸ ਪਾਰਟੀ ਦਾ ਪ੍ਰਤੀਨਿਧ ਮੰਡਲ ਜਿਹੜਾ ਆ ਉਹ ਵੀ ਗਵਰਨਰ ਨੂੰ ਮਿਲਣ ਜਾ ਰਿਹਾ, ਅਮਿਤ ਸ਼ਾਹ ਹੋਣਾ ਨੂੰ ਉਹ ਵੀ ਮਿਲਣ ਜਾ ਰਿਹਾ। ਉਹਨਾਂ ਨੇ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਜਿਹੜੀ ਕੀਤੀ ਆ। ਸੁਖਜਿੰਦਰ ਸਿੰਘ ਰੰਧਾਵਾ ਦੀ ਮੈਂ ਪੋਸਟ ਟਵੀਟ ਪੜ੍ਹਦਾ ਪਿਆ ਸਾਂ, ਉਹ ਇਸ ਨੂੰ ਇੱਕ ਸਿਆਸੀ ਕਤਲ ਦੱਸਦੇ ਆ ਕਿ ਇਹਨਾਂ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਨੇ। ਇਸ ਗੱਲ 'ਚ ਤਾਂ ਕੋਈ ਦੋਰਾ, ਈਵਨ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਜਿਹੜੇ ਉਹਨਾਂ ਸੰਬਿਤ ਪਾਤਰਾ ਉਹਨਾਂ ਨੇ ਵੀ ਰਾਤੀ ਔਰ ਮਨਜਿੰਦਰ ਸਿੰਘ ਸਰਸਾ ਨੇ ਵੀ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਭਗਵੰਤ ਮਾਨ ਦੇ ਖਿਲਾਫ ਜਿਹੜੀ ਹੋਈ ਆ ਉਹ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਗਈ ਆ। ਔਰ ਜੇਕਰ ਉਹਨਾਂ ਨੇ ਇਹ ਬਿਆਨਬਾਜ਼ੀ ਕੀਤੀ ਜਾਂ ਪਾਰਟੀਆਂ ਅਜਿਹੀਆਂ ਮੰਗ ਕਰ ਰਹੀਆਂ ਨੇ ਤੇ ਇਹ ਵਾਕਿਆ ਤੱਥਾਂ ਦੇ ਆਧਾਰ ਤੇ ਹੈ, ਕਿਉਂਕਿ ਸਰਕਾਰ ਬਣੀ ਨੂੰ ਅਜੇ ਹਾਰਡਲੀ 3 ਮਹੀਨੇ ਹੋਏ ਨੇ ਤੇ ਇਹਨਾਂ 3 ਮਹੀਨਿਆਂ ਦੇ ਵਿੱਚ ਜਿਹੜਾ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਪੂਰਨ ਤੌਰ ਤੇ ਚਰਮਰਾ ਗਈ ਆ। ਸ਼ਾਇਦ ਇਹ ਅਨੁਭਵਹੀਨਤਾ ਦਾ ਹੀ ਕਰਕੇ ਉਹਨੇ ਐਕਸਪੀਰੀਅੰਸ ਹੈਂਡ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨਹੀਂ ਹੈਗੇ। ਇੱਕ ਤਾਂ ਕਾਰਨ ਇਹ ਹੋ ਸਕਦਾ, ਦੂਜਾ ਕਾਰਨ ਇਹ ਹੋ ਸਕਦਾ ਕਿ ਜਿਹੜੀਆਂ ਲਗਾਮਾਂ ਨੇ ਮੇਨ ਇਸ ਸਰਕਾਰ ਦੀਆਂ ਉਹ ਦਿੱਲੀ ਬੈਠੀ ਜਿਹੜੀ ਸੁਪਰੀਮੋ ਜਿਹੜੀ ਹੈਗੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਹੱਥ ਨੇ ਇੰਡੀਪੈਂਡੈਂਟ ਫੈਸਲੇ ਲੈ ਨਹੀਂ ਸਕਦੇ। ਸੋ ਬੜੇ ਇਹੋ ਜਿਹੇ ਕਾਰਨ ਨੇ ਕਿ ਜਿਨ੍ਹਾਂ ਕਾਰਨਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਔਰ ਖਾਸ ਕਰਕੇ ਭਗਵੰਤ ਮਾਨ ਦੇ ਪ੍ਰਸ਼ਨ ਚਿੰਨ੍ਹ ਜਿਹੜੇ ਲੱਗਦੇ ਨੇ। ਤੇ ਜੇਕਰ ਤੁਸੀਂ ਰਿਵਿਊ ਕੀਤੇ ਨੇ ਸੁਰੱਖਿਆ ਦੇ ਸਿਕਿਉਰਿਟੀ ਰਿਵਿਊ ਕਰਕੇ ਤੁਸੀਂ ਸਿਕਿਉਰਿਟੀ ਘਟਾਈ ਆ ਤਾਂ ਫਿਰ ਪੰਜਾਬ 'ਚ ਇਹ ਵਾਰਦਾਤਾਂ ਕਿਉਂ ਹੋ ਰਹੀਆਂ? ਹਾਲਾਂਕਿ ਇਹੋ ਜਿਹੀਆਂ ਵਾਰਦਾਤਾਂ ਸੁਖਵਿੰਦਰ ਜੀ ਬੀਤੇ ਦੌਰ 'ਚ ਵੀ ਹੁੰਦੀਆਂ ਰਹੀਆਂ, ਜਿਸ ਪਰ ਉਹਨਾਂ ਦਿਨਾਂ 'ਚ ਸਰਕਾਰ ਨੇ ਕਦੇ ਸਿਕਿਉਰਿਟੀ ਉਹਨਾਂ ਨੇਤਾਵਾਂ ਦੀ ਵਾਪਸ ਨਹੀਂ ਸੀ ਲਈ, ਚਾਹੇ ਬ੍ਰਿਗੇਡੀਅਰ ਜਗਦੀਸ਼ ਗਰਗੇਜਾ ਸੀ ਜਾਂ ਹੋਰ ਇਹੋ ਜਿਹੇ ਬੰਦੇ ਸਨ, ਜਾਂ ਮਾਤਾ ਚੰਦ ਕੌਰ ਸੀ ਜਿਹੜੇ ਭੈਣੀ ਸਾਹਿਬ ਵਾਲੇ ਸੀ, ਉਹਨਾਂ ਨਾਲ ਸਿਕਿਉਰਿਟੀ ਮੌਜੂਦ ਰਹੀ ਹੈ। ਇਸ ਗੱਲ ਤੋਂ ਇਹ ਨਹੀਂ ਗੱਲ ਕੀਤੀ ਜਾ ਸਕਦੀ ਉਸ ਦੌਰ ਦੇ ਵਿੱਚ ਵੀ ਵਾਰਦਾਤਾਂ ਹੁੰਦੀਆਂ ਰਹੀਆਂ, ਬਿਲਕੁਲ ਹੁੰਦੀਆਂ, ਉਸ ਦੌਰ 'ਚ ਵੀ ਰਹੀਆਂ, ਪਰ ਸਿਕਿਉਰਿਟੀ ਉਹਨਾਂ ਦਿਨਾਂ 'ਚ ਸਰਕਾਰ ਦੇ ਕਦੇ ਵੀ ਇਹਨਾਂ VIP ਆਗੂਆਂ ਦੀ ਘਟਾਈ ਨਹੀਂ ਸੀ। ਤੇ ਜੇਕਰ ਖੜੇ ਹੁੰਦੇ ਆ ਕਿਉਂਕਿ ਇੱਕ ਤਾਂ ਸਿਕਿਉਰਿਟੀ ਵਾਪਸ ਲੈ ਲਈ, ਦੂਜਾ ਜਨਤਕ ਤੌਰ ਕਰ ਦਿੱਤਾ ਕਿ ਭਾਈ ਲਓ ਜੀ ਜਿਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਉਹ ਹੁਣ ਵਿਹਲੇ ਹੋ ਗਏ ਆ। ਤੇ ਜਿਹਨੇ ਮਤਲਬ ਇੱਕ ਇਨਵੀਟੇਸ਼ਨ ਟਾਈਪ ਹੋ ਜਾਂਦਾ ਜਦੋਂ ਕਿਸੇ ਦਾ ਕੋਈ ਵਿਰੋਧੀ ਹੁੰਦਾ, ਜਦੋਂ ਅਗਲੇ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਕੋਲ ਹੁਣ ਸਿਕਿਉਰਿਟੀ ਰਹੀ ਨਹੀਂ, ਕਿਉਂਕਿ ਇੱਕ ਸਿਕਿਉਰਿਟੀ ਦਾ ਅਣਖ ਸਾਹਿਬ ਇੱਕ ਡਰ ਹੁੰਦਾ, ਥੋੜਾ ਜਿਹਾ ਜ਼ਰੂਰ ਇੱਕ ਭਿਣਕ ਹੁੰਦੀ ਹੈ ਥੋੜੀ ਜੀ। ਤਾਂ ਉਹੀ ਗੱਲ ਹੈ ਕਿ ਜਦੋਂ ਸਿਕਿਉਰਿਟੀ ਵਾਪਸ ਕਰ ਦਿੱਤੀ ਔਰ ਜਨਤਕ ਕਰ ਦਿੱਤਾ ਉਸ ਚੀਜ਼ ਨੂੰ, ਤਾਂ ਉਹ ਜਿਹੜੇ ਆ ਥੋੜਾ ਜਿਹਾ ਖੁੱਲਾ ਹੈਂਡ ਮਿਲ ਜਾਂਦਾ ਵਿਰੋਧੀਆਂ ਨੂੰ ਹਮਲਾ ਕਰਨ ਵਾਸਤੇ। ਇਸ ਕਰਕੇ ਨਿਸ਼ਾਨੇ ਤੇ ਜ਼ਿਆਦਾ ਭਗਵੰਤ ਸਿੰਘ ਮਾਨ ਹੋਈ ਹੈ। ਔਰ ਦੂਜਾ ਉਹਨਾਂ ਦਾ ਤੰਤਰ ਵੀ ਜਿਹੜਾ ਨਿਸ਼ਾਨੇ ਤੇ ਆ, ਜਿਹੜਾ ਕਹਿੰਦਾ ਸੀ ਕਿ ਇਸ ਦਾ ਰਿਵਿਊ ਕਰਕੇ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਲਈ ਆ। ਪਹਿਲਾਂ ਤਾਂ ਰਿਵਿਊ ਕਰਨ ਵਾਲੇ ਬੰਦੇ ਤੇ ਪਰਚਾ ਜਿਹੜਾ ਠੋਕਣਾ ਚਾਹੀਦਾ ਵੀ ਤੂੰ ਦੱਸ ਕੀ ਰਿਵਿਊ ਕੀਤਾ ਸੀਗਾ ਉੱਥੇ, ਉਸ ਨੂੰ ਵੀ ਜਿਹੜਾ ਸਬਕ ਸਿਖਾਉਣਾ ਚਾਹੀਦਾ। ਔਰ ਆਂਟੀ ਸਾਹਿਬ ਗੱਲ ਸਿਰਫ ਇੱਥੇ ਤੱਕ ਨਹੀਂ ਰੁਕ ਰਹੀ, ਗੱਲ ਇੱਥੇ ਤੱਕ ਰੁਕ ਰਹੀ ਹੈ ਕਿ ਭਗਵੰਤ ਮਾਨ ਤੋਂ ਕਹਿੰਦੇ ਅਸਤੀਫਾ ਲਿਆ ਜਾਵੇ, ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਅਣਖੀ ਸਾਹਿਬ ਇਹ ਕਤਲ ਨਹੀਂ ਹੈ ਕਿ ਲੋਕ ਸੋਚ ਰਹੇ ਹੋਣ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਕਰਕੇ ਇਹ ਚੀਜ਼ ਹੋ ਰਹੀ ਹੈ। ਤੁਹਾਨੂੰ ਯਾਦ ਹੋਊਗਾ ਪਹਿਲੇ 20 ਦਿਨਾਂ ਦੇ ਵਿੱਚ 21 ਕਤਲ ਜਿਹੜੇ ਆ ਹੋ ਚੁੱਕੇ ਸੀਗੇ ਸਰਕਾਰ ਦੇ, ਉਸ ਤੇ ਨਾਕਾਮ ਰਹੀ। ਹੋਰ ਵਾਰਦਾਤਾਂ ਤੇ ਵਾਰਦਾਤਾਂ ਜਿਹੜੀਆਂ ਹੁੰਦੀਆਂ ਆ ਰਹੀਆਂ ਅਣਖੀ ਸਾਹਿਬ ਲਗਾਤਾਰ। ਤੇ ਇੱਕ ਜੇ ਇੰਨਾ ਵੱਡਾ ਕਲਾਕਾਰ ਸੁਰੱਖਿਅਤ ਰਹੀਆਂ, ਇੰਨਾ ਵੱਡਾ ਫਨਕਾਰ ਸੁਰੱਖਿਅਤ ਰਹੀਆਂ, ਸਰਕਾਰ ਉਹਦੀ ਹਿਫਾਜ਼ਤ ਨਹੀਂ ਜਿਹੜੀ ਆ ਕਰ ਸਕਦੀ, ਸਰਕਾਰ ਫਿਰ ਆਮ ਬੰਦੇ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹ ਕਿਵੇਂ ਕਰ ਸਕੂਗੀ? ਬਹੁਤ ਵੱਡਾ ਪ੍ਰਸ਼ਨ ਜਿਹੜਾ ਹੈ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਉੱਤੇ ਲੱਗਦਾ। ਸਰਕਾਰ ਬਣੀ ਨੂੰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ 21 ਦਿਨਾਂ ਦੀ ਗੱਲ ਕਰਦੇ ਜੇ ਉਹਨਾਂ ਦਿਨਾਂ 'ਚ ਕਬੱਡੀ ਖਿਡਾਰੀਆਂ ਦੇ ਕਤਲ ਔਰ ਉਸ ਤੋਂ ਮਗਰੋਂ ਇਹ ਕੁਝ ਹੋਣਾ, ਕੁਦਰਤੀ ਤੌਰ ਤੇ ਸਰਕਾਰ ਦੀ ਕਾਰਜਸ਼ੈਲੀ ਤੇ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਤਾਂ ਲੱਗਦੇ ਹੀ ਲੱਗਦੇ ਆ।
ਤਾਂ ਇਹਦੇ ਨਾਲ ਹੀ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਰਿਵਿਊ ਵਾਲੀ ਗੱਲ ਕੀਤੀ, ਇਸ ਦਾ ਮਤਲਬ ਕਿ ਸਾਫ਼ ਤੌਰ ਤੇ ਜਿਹੜਾ ਇੰਟੈਲੀਜੈਂਸ ਇਨਪੁਟ ਆ ਉਹ ਪੂਰਨ ਤੌਰ ਤੇ ਅਸਫਲ ਹੋ ਰਿਹਾ। ਪੰਜਾਬ ਦਾ ਇੰਟੈਲੀਜੈਂਸ ਵਿੰਗ ਜਿਹੜਾ ਉਹ ਇੰਟੈਲੀਜੈਂਸ ਵਿੰਗ ਜਿਹਨੂੰ ਪਤਾ ਹੀ ਨਹੀਂ ਕਿ ਉਹਦੀ ਇਮਾਰਤ ਉੱਤੇ ਵੀ ਅਟੈਕ ਹੋ ਜਾਂਦਾ, ਉਹ ਵੀ ਭਗਵੰਤ ਮਾਨ ਦੀ ਸਰਕਾਰ ਦੇ ਸਮੇਂ। ਦੂਜੇ ਪਾਸੇ ਪਟਿਆਲੇ ਦੇ ਵਿੱਚ ਦੋ ਵਰਗ ਜਿਹੜੇ ਨੇ ਆਮੋ ਸਾਹਮਣੇ ਆ ਜਾਂਦੇ ਨੇ ਔਰ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਪੂਰੀ ਸਿਖਰ ਤੇ ਪਹੁੰਚ ਜਾਂਦੀ ਚਮਜਾ ਕੇ। ਤਾਂ ਉਹ ਜੀ ਸਥਿਤੀ ਦੇ ਵਿੱਚ ਫਿਰ ਇਹ ਸਰਕਾਰ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਕਿ ਜਿਹੜੇ ਇੰਟੈਲੀਜੈਂਸ ਵਿੰਗ ਉੱਤੇ ਹੀ ਹਮਲਾ ਹੋ ਗਿਆ, ਉਸ ਇੰਟੈਲੀਜੈਂਸ ਵਿੰਗ ਸਿਕਿਉਰਿਟੀ ਲੋਕਾਂ ਦਾ ਰਿਵਿਊ ਕੀ ਕਰੂਗਾ? ਕਿਉਂਕਿ ਜਦੋਂ ਵੀ ਕਿਸੇ ਦੀ ਸਿਕਿਉਰਿਟੀ ਵਧਾਈ ਜਾਂ ਘਟਾਈ ਜਾਂਦੀ ਹੈ ਇੰਟੈਲੀਜੈਂਸ ਨੇ ਵੇਖਣਾ ਹੁੰਦਾ। ਹੁਣ ਜੇਕਰ ਫਤਿਹਜੰਗ ਸਿੰਘ ਬਾਜਵਾ ਦੀ ਸਿਕਿਉਰਿਟੀ ਹਾਈ ਕੋਰਟ ਦੇ ਹੁਕਮਾਂ ਨਾਲ ਮਿਲੀ ਤਾਂ ਉਹਦੀ ਸਿਕਿਉਰਿਟੀ ਘਟਾ ਲਈ ਗਈ ਤੇ ਅਗਲੇ ਨੇ ਜਦੋਂ ਧੱਕਾ ਮਾਰਿਆ ਉਸੇ ਵੇਲੇ ਸਿਕਿਉਰਿਟੀ ਜਿਹੜੀ ਬਹਾਲ ਕਰ ਦਿੱਤੀ ਗਈ। ਸੋ ਮੈਨੂੰ ਸੁਖਵਿੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਜਿਹੜੇ ਵਿਅਕਤੀ ਇਸ ਵੇਲੇ ਪੰਜਾਬ ਦਾ ਰਾਜ ਸਰਕਾਰ ਚਲਾ ਰਹੇ ਨੇ, ਜਿਨ੍ਹਾਂ ਦੇ ਹੱਥ ਵਿੱਚ ਪੰਜਾਬ ਦੀ ਵਾਗਡੋਰ ਆ, ਸ਼ਾਇਦ ਇਹ ਪੂਰਨ ਤੌਰ ਤੇ ਅਨੁਭਵਹੀਨ ਹਨ। ਉਮਰ ਦਾ ਤਕਾਜ਼ਾ ਵੀ ਇੱਕ ਬਹੁਤ ਮਹੱਤਵਪੂਰਨ ਹੁੰਦਾ, ਚਾਹੇ ਉਹ ਭਗਵੰਤ ਮਾਨ ਹੈ ਚਾਹੇ ਕੋਈ ਹੋਰ ਜਿੰਨੇ ਵੀ ਇਹਨਾਂ ਦੇ ਮੰਤਰੀ ਲਾ ਲਓ, ਉਹਨਾਂ ਨੂੰ ਉਹਨਾਂ ਅਨੁਭਵ ਜਿਹੜਾ ਉਹ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੈਗਾ ਤੇ ਨਾ ਹੀ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਅਧਿਕਾਰੀ ਇਹਨਾਂ ਦੇ ਥੱਲੇ ਕੰਮ ਕਰ ਰਹੇ ਆ। ਖਾਸ ਤੌਰ ਤੇ ਜੇਕਰ ਇਹ ਵੇਖਿਆ ਜਾਵੇ ਕਿ ਹਮੇਸ਼ਾ ਦਿੱਲੀ ਮਾਡਲ ਦੀ ਗੱਲ ਕਰਦੇ ਆ। ਦਿੱਲੀ ਦੀ ਸਥਿਤੀਆਂ ਜਿਹੜੀਆਂ ਅਮਨ ਕਾਨੂੰਨ ਦੀਆਂ ਉਹ ਅਲੱਗ ਤਰ੍ਹਾਂ ਦੀਆਂ ਨੇ, ਪੰਜਾਬ ਦੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਉਹ ਅਲੱਗ ਤਰ੍ਹਾਂ ਦੀ ਆ। ਜੇਕਰ ਦਿੱਲੀ ਬੈਠਾ ਅਰਵਿੰਦ ਕੇਜਰੀਵਾਲ ਪੰਜਾਬ ਦੀ ਸਥਿਤੀ ਨੂੰ, ਪੰਜਾਬ ਦੇ ਪਿੰਡ ਦੇ ਕਲਚਰ ਨੂੰ ਜਾਂ ਪੰਜਾਬ ਦੀ ਸਥਿਤੀ ਨੂੰ ਦਿੱਲੀ ਦੀ ਸਥਿਤੀ ਨਾਲ ਕੰਪੈਰੀਟਿਵ ਕਰਕੇ ਇੱਥੇ ਅਮਨ ਕਾਨੂੰਨ ਦੀ ਸਥਿਤੀ ਦਾ ਨਿਰੀਖਣ ਕਰੇਗਾ ਤਾਂ ਮੇਰਾ ਖਿਆਲ ਫਿਰ ਉਸ ਤੋਂ ਵੱਡਾ ਕੋਈ ਬੰਦਾ ਪਾਗਲ ਜਾਂ ਬੇਵਕੂਫ ਨਹੀਂ ਹੋ ਸਕਦਾ। ਪੰਜਾਬ ਦਾ ਕਲਚਰ, ਪੰਜਾਬ ਦੀਆਂ ਸਥਿਤੀਆਂ ਹੋਰ ਤਰ੍ਹਾਂ ਦੀਆਂ ਨੇ ਤੇ ਦਿੱਲੀ ਦੀਆਂ ਸਥਿਤੀਆਂ ਜਿਹੜੀਆਂ ਕੁਝ ਹੋਰ ਤਰ੍ਹਾਂ ਦੀਆਂ ਨੇ। ਸੋ ਇੱਥੋਂ ਦਾ ਜਿਹੜਾ ਅਮਨ ਕਾਨੂੰਨ ਕਾਬੂ ਰੱਖਣਾ, ਇੱਕ ਇਹ ਗੱਲ ਬੜੀ ਕਹੀ ਗਈ ਹੈ ਕਿ NIA ਔਰ CBI ਨੂੰ ਜਿਹੜੀ ਜਾਂਚ ਇਹ ਸੌਂਪ ਦੇਣੀ ਚਾਹੀਦੀ ਹੈ ਔਰ ਰਾਸ਼ਟਰਪਤੀ ਰਾਜ ਲਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ, ਭਗਵੰਤ ਮਾਨ ਦਾ ਅਸਤੀਫਾ ਜਿਹੜਾ ਮੰਗਿਆ ਗਿਆ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ? ਬਿਲਕੁਲ ਜੀ, ਇਸ ਵੇਲੇ ਰਾਤ 3 ਵਜੇ ਜੋ ਤਾਜ਼ਾ ਸੂਚਨਾਵਾਂ ਨੇ, ਰਾਜਾ ਵੜਿੰਗ ਜਿਹੜੇ ਨੇ ਉਹ ਮਾਨਸਾ ਜਿਹੜਾ ਸਿੱਧੂ ਮੂਸੇਵਾਲੇ ਦੇ ਪਿੰਡ ਉੱਥੇ ਪਹੁੰਚੇ ਹੋਏ ਨੇ। ਸੁਖਜਿੰਦਰ ਸਿੰਘ ਰੰਧਾਵਾ ਵੀ ਉੱਥੇ ਉਹ ਪਹੁੰਚ ਚੁੱਕੇ ਨੇ। ਉਸ ਦਾ ਕਾਰਨ ਇਹ ਹੈ ਕਿ ਉਹ ਇੱਕ ਸਨਮਾਨਿਤ ਨੇਤਾ ਨੇ ਕਾਂਗਰਸ ਪਾਰਟੀ ਦੇ। ਸਿੱਧੂ ਮੂਸੇਵਾਲਾ ਉਹਨਾਂ ਨੇ ਟਿਕਟ ਵੀ ਜਿਹੜੀ ਮਾਨਸਾ ਤੋਂ ਜਿਹੜੀ ਉਹਨਾਂ ਚੋਣ ਜਿਹੜੀ ਵਿਜੇ ਸਿੰਘਲਾ ਦੇ ਖਿਲਾਫ ਲੜੀ ਸੀ। ਤਾਂ ਇਹ ਸਭ ਕੁਝ ਜਦੋਂ ਇਸ ਤਰ੍ਹਾਂ ਦਾ ਇੱਕ ਵਰਕਰ ਜਦੋਂ ਜਾਨ ਤੋਂ ਹੱਥ ਧੋ ਬੈਠਦਾ ਸਰਕਾਰ ਦੀ ਨਲਾਇਕੀ ਦੇ ਕਾਰਨ, ਤਾਂ ਫਿਰ ਇਹੋ ਜਿਹੇ ਸਵਾਲ ਜਿਹੜੇ ਉਹ ਉੱਠਣੇ ਸੁਭਾਵਿਕ ਨੇ, ਇਹੋ ਜਿਹੀਆਂ ਮੰਗਾਂ ਉੱਠਣੀਆਂ ਸੁਭਾਵਿਕ ਨੇ। ਕਾਂਗਰਸ ਪਾਰਟੀ ਦੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਵੱਲੋਂ ਅਸਤੀਫਾ ਦੀ ਜਿਹੜੀ ਮੰਗ ਆ, ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ ਔਰ ਕਾਂਗਰਸ ਦਾ ਇੱਕ ਪ੍ਰਤੀਨਿਧ ਮੰਡਲ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਇਸ ਮੁੱਦੇ ਨੂੰ ਲੈ ਕੇ ਗਵਰਨਰ ਸਾਹਿਬ ਨੂੰ ਮਿਲ ਰਿਹਾ, ਜਿਹੜਾ ਉਹ ਮੰਗ ਕਰੇਗਾ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕੀਤਾ ਜਾਵੇ ਔਰ ਇਸ ਸਾਰੇ ਮਸਲੇ ਦੀ ਜਾਂਚ ਜਿਹੜੀ ਆ CBI ਤੇ NIA ਉਹਦੇ ਨੂੰ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਅਸਲ ਦੋਸ਼ੀ ਹੈ ਕੌਣ। ਕਿਉਂਕਿ ਕੱਲ ਦੀਆਂ ਸੁਖਵਿੰਦਰ ਜੀ ਅਗਰ ਵੇਖਿਆ ਜਾਵੇ ਤਾਂ 3 ਜ਼ਿੰਮੇਵਾਰੀਆਂ ਜਿਹੜੀਆਂ ਉਹ ਸਾਹਮਣੇ ਗਈਆਂ ਨੇ। ਇੱਕ ਲਾਰੈਂਸ ਬਿਸ਼ਨੋਈ ਦਾ ਜਿਹੜਾ ਗਰੁੱਪ ਹੈਗਾ ਉਹਨੇ ਲਈ ਆ। ਹੁਣੇ ਲੇਟੈਸਟ ਜਿਹੜੀ ਸੁਨੀਲ ਥਾਪਰ ਨਾਮ ਦਾ ਜਿਹੜਾ ਵਿਅਕਤੀ ਆ ਉਹਨੇ ਵੀ ਟਵੀਟ ਕਰਕੇ ਇਸ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਹੈ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲੇ ਵੱਲੋਂ ਗਈ ਹੈ। ਕਹਿਣ ਦਾ ਅਰਥ ਆ ਕਿ ਇਹ ਹੁਣ ਇੱਕ ਕੈਨੇਡਾ ਬੈਠਾ ਬੰਦਾ ਉਸ ਦੀ ਜ਼ਿੰਮੇਵਾਰੀ ਲਾ ਰਿਹਾ। ਹਾਲਾਂਕਿ ਬੰਦੇ ਚਲੋ ਗੈਂਗਸਟਰ ਸਾਰੇ ਇੱਕੋ ਤਰ੍ਹਾਂ ਦੇ ਹੀ ਹੋਣਗੇ ਜਿਹੜੇ ਜ਼ਿੰਮੇਵਾਰੀਆਂ ਲੈ ਰਹੇ ਨੇ, ਪਰ ਇਹਦੇ ਨਾਲ ਇਹਦੀ ਜਾਂਚ ਜਿਹੜੀ ਆ ਹੋਣੀ ਜ਼ਰੂਰੀ ਆ। ਜਿਸ ਤਰੀਕੇ ਨਾਲ ਤੁਸੀਂ ਸਟਾਰਟ ਤੇ ਗੱਲ ਕੀਤੀ ਕਿ ਜੇਕਰ ਕਿਸੇ ਇਹੋ ਜਿਹੇ ਬੰਦੇ ਨੂੰ ਮਾਰਿਆ ਇੱਕਦਮ ਸਿਕਿਉਰਿਟੀ ਵਾਪਸ ਲਈ ਤਾਂ ਦੂਜੇ ਦਿਨ ਹੀ ਉਸ ਵਿਅਕਤੀ ਤੇ ਹਮਲਾ ਹੋ ਜਾਂਦਾ ਤਾਂ ਕੁਦਰਤੀ ਤੌਰ ਤੇ ਇਸ ਦੀ ਰੈਕੀ ਜ਼ਰੂਰ ਕੀਤੀ ਗਈ ਹੋਊਗੀ। ਉਸ ਦਾ ਸਿੱਧੂ ਮੂਸੇਵਾਲੇ ਦਾ ਪੂਰਾ ਸ਼ੈਡਿਊਲ ਜਿਹੜਾ ਉਹਨਾਂ ਲੋਕਾਂ ਨੂੰ ਪਤਾ ਹੋਏਗਾ ਤਾਂ ਕੁਦਰਤੀ ਤੌਰ ਤੇ ਜੇਕਰ ਇਹਦੀ ਜਾਂਚ ਫਿਰ ਪੰਜਾਬ ਪੁਲਿਸ ਨੇ ਕਰਨੀ ਆ ਤਾਂ ਮੇਰਾ ਨਹੀਂ ਖਿਆਲ ਕਿ ਇਹ ਜਾਂਚ ਦੇ ਸੱਟੇ ਤੇ ਪਹੁੰਚੇ। ਫਿਰ ਤਾਂ DGP ਸਾਹਿਬ ਦਾ ਇਹ ਜਿਹੜਾ ਬਿਆਨ ਆਇਆ ਕਿ ਠੀਕ ਆ ਜੀ ਘੱਲੂ ਘਾਰੇ ਕਰਕੇ 2 ਸਿਕਿਉਰਿਟੀ ਅਸੀਂ ਵਾਪਸ ਮੰਗਾਏ ਨੇ ਤਾਂ ਇਸ ਕਰਕੇ ਡੈਥ ਹੋ ਗਈ। ਇਹ ਗੱਲ ਇਸ ਦੀਆਂ ਜੜ੍ਹਾਂ ਤੱਕ ਜਾਣਾ ਪਏਗਾ। ਜਿਸ ਤਰੀਕੇ ਨਾਲ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਵਿੱਚ ਨਾਮ ਸਿੱਧੂ ਮੂਸੇਵਾਲਾ ਦਾ ਨਾਮ ਹੀ ਕਿਸੇ ਸਮੇਂ ਵੱਜਦਾ ਰਿਹਾ। ਸਾਰੀਆਂ ਗੱਲਾਂ ਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ। ਇੱਕਦਮ ਜਿਸ ਤਰ੍ਹਾਂ ਪੁਲਿਸ ਨੇ ਗੈਂਗਸਟਰ ਵਾਰ ਕਹਿ ਕੇ ਆਪਣਾ ਪੱਲਾ ਝਾੜ ਲਿਆ, ਠੀਕ ਆ ਗੈਂਗਸਟਰ ਪੱਲਾ ਤੁਸੀਂ ਕਹਿ ਸਕਦੇ ਜੀ, ਪਰ ਉਹ ਤੱਥ ਪੂਰਨ ਤੌਰ ਤੇ ਸਾਹਮਣੇ ਆਉਣੇ ਚਾਹੀਦੇ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਹਨ। ਕਿਉਂਕਿ ਇਸ ਨੂੰ ਕੁਝ ਲੋਕ ਸਿਆਸੀ ਕਤਲ ਵੀ ਮੰਨਦੇ ਪਏ ਆ, ਕਿਉਂਕਿ ਕਾਂਗਰਸ ਪਾਰਟੀ ਦਾ ਉਹ ਵਰਕਰ ਸੀ ਨਵਜੋਤ ਸਿੰਘ ਸਿੱਧੂ ਦੇ ਰਾਹੀਂ ਉਹ ਬੰਦੇ ਨੇ ਕਾਂਗਰਸ ਦੇ ਵਿੱਚ ਪ੍ਰਵੇਸ਼ ਕੀਤਾ। ਸੋ ਅਜਿਹੀਆਂ ਗੱਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਹੁਣ ਆਪਣੇ ਇਸ ਨੇਤਾ, ਉਹ ਨੇਤਾ ਜਿਸਨੇ ਇੱਕ ਲੀਡ ਜਿਹੜੀ ਕਾਂਗਰਸ ਪਾਰਟੀ ਨੂੰ ਦੇਣੀ ਸੀ, ਜਿਹਦੀ 27-28 ਸਾਲ ਹਾਲਾਂਕਿ ਉਹਦੀ ਉਮਰ ਸਾਰੀ ਇੰਨੀ ਸੀ, ਤਾਂ ਕੁਦਰਤੀ ਤੌਰ ਤੇ ਕਾਂਗਰਸ ਜਿਹੜੀ ਹਾਈ ਕਮਾਨ ਆ ਉਹ ਕਾਂਗਰਸ ਪੰਜਾਬ ਦੀ ਕਾਂਗਰਸ ਇਕਾਈ ਜਿਹੜੀ ਆ ਹਰਕਤ ਵਿੱਚ ਆਈ ਆ ਔਰ ਉਹਨਾਂ ਨੇ ਇਹਨਾਂ ਗੱਲਾਂ ਨੂੰ ਮੰਗ ਕੀਤੀ ਆ ਰਾਸ਼ਟਰਪਤੀ ਕੋਲ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਜਿਹੜਾ ਰਾਜ
ਉਹ ਲਗਾਇਆ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਇਹ ਕਾਬੂ ਵਿੱਚ ਰਵੇ। ਬਾਕੀ ਅਜੇ ਇਹੋ ਜਿਹੀਆਂ ਸਥਿਤੀਆਂ ਹੁਣ ਇਹ ਸਰਕਾਰ ਦੇ ਵੇਖਣਾ। ਇਹ ਵੀ ਗੱਲ ਕਹੀ ਗਈ ਕਿ ਅਮਿਤ ਸ਼ਾਹ ਉਹਨਾਂ ਨੂੰ ਮਿਲ ਕੇ ਪੰਜਾਬ ਦੀ ਸਥਿਤੀ ਦਾ ਜਿਹੜਾ ਪੂਰਾ ਵੇਰਵਾ ਆ ਉਹਨਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਜਿਹੜਾ ਉਹ ਲਗਾਇਆ ਜਾ ਸਕੇ। ਬਾਕੀ ਇਹ ਅਸੀਂ ਕਹਿ ਸਕਦੇ ਕਿ ਅਜੇ ਇਹ ਕਾਂਗਰਸ ਪਾਰਟੀ ਦੇ ਉਹ ਅੰਦਰੂਨੀ ਗੁੱਸੇ ਦੇ ਬਿਆਨ ਨੇ। ਅਸਲ ਸਥਿਤੀ ਜਿਹੜੀ ਆ ਉਹ ਅੱਜ ਤੋਂ ਬਾਅਦ ਅੰਡ ਸਾਹਿਬ ਲੱਗਦਾ ਹੈ ਕਿ ਜਿਹੋ ਜੀ ਮੰਗ ਜਿਹੜੀ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲੱਗਣਾ ਚਾਹੀਦਾ ਹੈ, ਕੀ ਲੱਗਦਾ ਹੈ ਕਿ ਰਾਸ਼ਟਰਪਤੀ ਰਾਜ ਵਾਲੇ ਪਾਸੇ ਨੂੰ ਗੱਲ ਵੱਧ ਸਕਦੀ ਹੈ ਜਾਂ ਸਥਿਤੀਆਂ ਹਾਲੇ ਸਾਂਭੀਆਂ ਜਾ ਸਕਦੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਜਾਂ ਕਹਿ ਲਓ ਕਿ ਬੇਸ਼ੱਕ ਕਤਲ ਵੱਡਾ ਹੋ ਗਿਆ ਪਰ ਸਿਆਸੀ ਤੌਰ ਤੇ ਰਾਜਨੀਤਿਕ ਜੋ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੇ ਲੋਕ ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਜਿਹੜਾ ਹੈਗਾ ਹਾਲੇ ਰਾਸ਼ਟਰਪਤੀ ਰਾਜ ਦੀ ਜ਼ਰੂਰਤ ਨਹੀਂ। ਸੁਖਵਿੰਦਰ ਜੀ ਅਜੇ ਉਹੋ ਜਿਹੀ ਸਥਿਤੀ ਹੈ ਨਹੀਂ ਪੰਜਾਬ ਦੇ ਵਿੱਚ ਕਿ ਰਾਸ਼ਟਰਪਤੀ ਰਾਜ ਲੱਗ ਸਕੇ। ਇੱਕ ਇਸ ਬੇਸ਼ੱਕ ਨਾਮ ਬਹੁਤ ਵੱਡਾ ਕਤਲ ਦਾ, ਪਰ ਜਿਹੜੀ ਕੇਂਦਰ ਦੀ ਬਣਾ ਹੋਵੇ ਪਰ ਸਿਆਸੀ ਲੋਕ ਜਿਹੜੀ ਹੈ ਇਹ ਚੀਜ਼ ਨਹੀਂ ਸਮਝਦੇ ਹੋਣਗੇ। ਦੇਖੋ ਸਿਆਸੀ ਲੋਕਾਂ ਦੀ ਇੱਕ ਮਤਲਬ ਇਸ ਸਮੇਂ ਤੇ ਵੀ ਉਹਨਾਂ ਨੇ ਜੇਕਰ ਸਿਆਸਤ ਹੀ ਕਰਨੀ ਆ ਤਾਂ ਉਹ ਇੱਕ ਅਲੱਗ ਵਿਸ਼ਾ ਹੈਗਾ। ਜੇਕਰ ਆਪਾਂ ਮੌਜੂਦਾ ਇਸ ਤਰ੍ਹਾਂ ਦੇ ਧਰਾਤਲ ਦੇ ਆਧਾਰ ਤੇ ਸਥਿਤੀਆਂ ਦਾ ਵਿਸ਼ਲੇਸ਼ਣ ਕਰਾਂ ਤਾਂ ਸੁਖਵਿੰਦਰ ਜੀ ਕੇਂਦਰ ਸਰਕਾਰ ਕਦੇ ਵੀ ਇਹੋ ਜਿਹੀ ਸਥਿਤੀ ਜਿਹੜੀ ਆ ਉਹ ਪੈਦਾ ਨਹੀਂ ਹੋਣ ਦਊਗੀ ਤੇ ਨਾ ਹੀ ਪੰਜਾਬ ਸਰਕਾਰ ਜਿਹੜੀ ਆ ਇਹੋ ਜਿਹੇ ਮੌਕੇ ਨੂੰ, ਕਿਉਂਕਿ ਇਸ ਕਤਲ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਤੁਸੀਂ ਦੇਖਣਾ ਕਿ ਜ਼ਰੂਰ ਇੱਕ ਬਦਲਾਅ ਤੁਹਾਨੂੰ ਵੇਖਣ ਨੂੰ ਮਿਲੇਗਾ। ਬਦਲਾਅ ਹਾਲਾਂਕਿ ਬੀਤੇ ਦੌਰ 'ਚ ਬਦਲਾਅ ਦੀ ਗੱਲ ਕਰਦੇ ਪਏ ਆ ਤਾਂ ਇਹ ਸਥਿਤੀਆਂ ਸਾਂਭਣੀਆਂ ਪੈਣਗੀਆਂ ਤੇ ਜੇਕਰ ਇਹ ਸਥਿਤੀਆਂ ਨਾ ਸਾਂਭੀਆਂ ਗਈਆਂ ਆਮ ਆਦਮੀ ਪਾਰਟੀ ਕੋਲ, ਕੇਂਦਰ ਤਾਂ ਫਿਰ ਹੈ ਹੀ ਹੈ, ਕੇਂਦਰ ਤਾਂ ਅੱਗੇ ਹੀ ਇਸੇ ਤਾਕ ਦੇ ਵਿੱਚ ਬਿਠਾ ਆ ਕਿ ਕਿਹੜਾ ਵਕਤ ਆਵੇ ਤੇ ਅਸੀਂ ਧਾਰਾ ਜਿਹੜੀ 352 ਲਾ ਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕਰੀਏ। ਅਜੇ ਗਵਰਨਰ ਦੀ ਰਿਪੋਰਟ ਜਾਏਗੀ। ਹਾਂ ਇਹ ਜ਼ਰੂਰ ਹੈਗਾ ਕਿ ਇਹ ਚੰਦ ਦਿਨ ਇਸ ਸਿੱਧੂ ਮੂਸੇਵਾਲੇ ਨੌਜਵਾਨ ਦੇ ਕਤਲ ਦੇ ਉੱਤੇ ਸਿਆਸਤ ਕੁਝ ਲੋਕ ਸਿਆਸਤ ਦੀਆਂ ਰੋਟੀਆਂ ਜ਼ਰੂਰ ਸੇਕਣਗੇ ਜੋ ਚਾਹੀਦਾ ਨਹੀਂ ਹੈ। ਇੱਕ ਮਾਂ ਦਾ ਪੁੱਤ ਜਿਹੜਾ ਉਹ ਮਰਿਆ, ਔਰ ਮਰਿਆ ਕਿਸ ਕਰਕੇ? ਪੰਜਾਬ ਸਰਕਾਰ ਦੀ ਅਸਫਲਤਾ ਦੇ ਕਰਕੇ। ਅਜੇ ਬਾਕੀ ਇਸ ਸਰਕਾਰ ਨੂੰ ਆਪਣਾ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੂਰਨ ਤੌਰ ਤੇ ਠੀਕ ਤਰੀਕੇ ਨਾਲ ਨਿਭਾਉਣੀ ਚਾਹੀਦੀ ਆ, ਨਾ ਕਿ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਨਾ ਚਾਹੀਦਾ। ਬੜੀ ਵਧੀਆ ਸਟਾਰਟ ਤੇ ਤੁਸੀਂ ਗੱਲ ਕੀਤੀ ਕਿ ਉਹਦੇ ਕੋਲ ਇੰਨੇ ਗਨਮੈਨ, ਉਹਦੇ ਕੋਲ ਇੰਨੇ ਗਨਮੈਨ। ਜੇਕਰ ਉਹ ਤੁਹਾਡੇ ਗਨਮੈਨ ਹਨ ਤਾਂ ਪੰਜਾਬ ਦੇ ਲੋਕ ਵੀ, ਪੰਜਾਬ ਦੇ ਪੁੱਤ ਵੀ, ਕਈਆਂ ਮਾਵਾਂ ਦੇ ਪੁੱਤ ਨੇ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ। ਸਰਕਾਰ ਬਿਲਕੁਲ ਇਹ ਵੀ ਗੱਲ ਕਹੀ ਸਰਕਾਰ ਇਕੱਲੇ ਬੰਦੇ ਨਾਲ ਸੁਰੱਖਿਆ ਕਰਮਚਾਰੀ ਨਹੀਂ ਬਣ ਸਕਦੀ, ਇਸ ਗੱਲ ਨਾਲ ਇਹ ਵੀ ਗੱਲ ਹੈਗੀ ਆ। ਪਰ ਸਰਕਾਰ ਨੇ ਹੀ ਮਾਹੌਲ ਅਜਿਹਾ ਦੇਣਾ ਹੁੰਦਾ ਕਿ ਜਿੱਥੇ ਵਿਅਕਤੀ ਅਮਨ ਤੇ ਚੈਨ ਦੇ ਨਾਲ ਆਪਣਾ ਸਾਹ ਲੈ ਸਕੇ, ਆਪਣੀ ਗੱਲ ਕਹਿ ਸਕੇ ਤੇ ਸੁਣ ਸਕੇ। ਇਹ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ, ਸੁਣਨ ਦਾ ਹੱਕ ਹੈਗਾ। ਤੇ ਜੇ ਸਿੱਧੂ ਮੂਸੇਵਾਲਾ ਉਸ ਵਕਤ ਕਾਂਗਰਸ ਪਾਰਟੀ ਦੇ ਨੇਤਾ ਵਜੋਂ ਉੱਥੋਂ ਨੇ ਚੋਣ ਲੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਤੇ ਉਹ ਹਾਰ ਗਿਆ, ਤਾਂ ਇਸ ਗੱਲ ਨੂੰ ਸਿਆਸਤ ਦੇ ਇੰਨੀ ਦੂਰ ਤੱਕ ਨਹੀਂ ਸੀ ਲੈ ਕੇ ਜਾਣਾ ਚਾਹੀਦਾ ਕਿ ਉਸ ਬੰਦੇ ਦੀ ਸਪੋਰਟ ਹੀ ਇਸ ਮੁੱਦੇ ਤੇ ਜਾਂ ਕਿਸੇ ਹੋਰ ਮੁੱਦੇ ਤੇ ਵਿਡਰਾ ਕਰਦੀ ਜਾਂਦੀ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇਹੋ ਜਿਹੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੇ ਉਸ ਅਕਸ ਨੂੰ ਧੁੰਦਲਾ ਕਰ ਰਹੀਆਂ ਨੇ ਜਿਸ ਅਕਸ ਨੂੰ ਲੈ ਕੇ ਇਹ ਪਾਰਟੀ ਹੋਂਦ ਵਿੱਚ ਸਰਕਾਰ ਬਣਾਈ ਤੇ ਪਾਰਟੀ ਨੇ ਬੜੇ ਲੰਮੇ ਦਾਅਵੇ ਤੇ ਵਾਅਦੇ ਕੀਤੇ ਸੀ। ਇਸ ਕਤਲ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਬੈਕਫੁੱਟ ਤੇ ਗਈ ਆ। ਖਾਸ ਤੌਰ ਤੇ ਉਹਦੇ ਵੱਲੋਂ ਜਿਹੜੀ ਸ਼ੋਸ਼ੇਬਾਜ਼ੀ ਕੀਤੀ ਜਾ ਰਹੀ ਆ ਕਿ ਅਸੀਂ ਉਹਦੀ ਵੀ ਸਿਕਿਉਰਿਟੀ ਵਾਪਸ ਲਈ, ਉਹਦੀ ਵੀ ਲੱਲੀ। ਇਹੋ ਜਿਹੇ ਜਿਹੜੇ ਗੰਭੀਰ ਮੁੱਦਿਆਂ ਦੇ ਉੱਤੇ ਜਿਹੜਾ ਚੁੱਪ ਹੈ ਉਹ ਬਿਹਤਰ ਆ, ਉਹ ਚੁੱਪ ਰਹਿਣਾ ਚਾਹੀਦਾ। ਰਿਵਿਊ ਜਿਹੜੇ ਠੀਕ ਹੋਣੇ ਚਾਹੀਦੇ ਤੇ ਲੋਕਾਂ ਦੇ ਜਾਨ ਮਾਲ ਦੀ ਜਿਹੜੀ ਰਾਖੀ ਆ ਉਹ ਕਰਦਾ ਸਰਕਾਰ ਦਾ ਮੁੱਢਲਾ ਫਰਜ਼ ਜੀ। ਬਿਲਕੁਲ ਤਾਨਕੇ ਸਾਹਿਬ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।